TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਕੁਝ ਖਬਰਾਂ ਵੀ ਨੇ ਅਤੇ ਖਬਰਾਂ ਦੇ ਨਾਲ ਪਗੜੀ ਸੰਭਾਲ ਜੱਟਾ ਸਰਦਾਰ ਅਜੀਤ ਸਿੰਘ ਉਹਨਾਂ ਦੇ ਜਨਮ ਦਿਨ ਨੂੰ ਵਿਸ਼ੇਸ਼ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਵੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਇਹ ਸਾਰੀਆਂ ਗੱਲਾਂ ਬਾਤਾਂ ਤੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਰੋਜ਼ਾਨਾ ਦੀ ਆਪਣੀ ਮੁਲਾਕਾਤ ਸਹੀ ਸਮੇਂ ਤੇ ਹੁੰਦੀ ਰਹੇ। ਤੇ ਆਓ ਆਜ਼ਾਦੀ ਦੀ ਸ਼ਮਾ ਜਗਾਉਣ ਵਾਲੇ ਸਰਦਾਰ ਅਜੀਤ ਸਿੰਘ ਹੋਰਾਂ ਨੂੰ ਯਾਦ ਕਰੀਏ। ਉਹਨਾਂ ਦਾ ਅੱਜ 140ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਆਪ ਸਭਨਾਂ ਨੂੰ ਉਹਨਾਂ ਦਾ ਜਨਮ ਦਿਨ ਮੁਬਾਰਕ ਹੋਵੇ। ਤੇ ਉਧਰ ਸੰਯੁਕਤ ਕਿਸਾਨ ਮੋਰਚਾ ਨੇ ਸਰਦਾਰ ਅਜੀਤ ਸਿੰਘ ਹੋਰਾਂ ਦਾ ਜਨਮ ਦਿਨ ਪਗੜੀ ਸੰਭਾਲ ਜੱਟਾ ਦਿਵਸ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਮੋਰਚੇ ਵਿੱਚ ਪਹੁੰਚਣ ਦੇ ਵਾਸਤੇ ਸਾਰੇ ਪੱਗਾਂ ਸਜਾ ਕੇ ਪਹੁੰਚਣ, ਪੱਗਾਂ ਸਜਾ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਇਆ ਜਾਵੇ। ਹੁਣ ਭਾਰਤ ਦੇ ਇਤਿਹਾਸ ਦੇ ਵਿੱਚ ਜਾਂ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਸੂਰਮਿਆਂ ਨੇ, ਕਿਸੇ ਨੇ ਫਾਂਸੀ ਦਾ ਰੱਸਾ ਚੁੰਮਿਆ, ਕਿਸੇ ਨੇ ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ ਨੇ, ਕਿਸੇ ਦੀ ਕੁਰਕੀ ਹੋਈ ਹੈ ਤੇ ਕਿਸੇ ਨੂੰ ਜਲਾ ਵਤਨ ਕਰ ਦਿੱਤਾ ਗਿਆ। ਸਜ਼ਾਵਾਂ ਵੱਖੋ ਵੱਖ ਭੁਗਤੀਆਂ, ਪਰ ਜੇਕਰ ਕੋਈ ਸਭ ਤੋਂ ਮਕਬੂਲ ਇਨਕਲਾਬੀ ਨਾਇਕ ਹੈ ਨਾ ਕਿਸੇ ਦਾ, ਤਾਂ ਉਹ ਸਰਦਾਰ ਅਜੀਤ ਸਿੰਘ ਦੇ ਭਤੀਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ। ਸਰਦਾਰ ਭਗਤ ਸਿੰਘ ਜੀ ਦੇ ਚਾਚਾ ਜੀ ਅਤੇ ਉਹਨਾਂ ਦੇ ਆਦਰਸ਼ ਸਰਦਾਰ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਜਲੰਧਰ ਦੇ ਨੇੜੇ ਪਿੰਡ ਖਟਕੜ ਕਲਾਂ ਦੇ ਵਿੱਚ ਹੋਇਆ ਸੀ। ਸਰਦਾਰ ਅਜੀਤ ਸਿੰਘ ਹੋਰਾਂ ਦੇ ਪੁਰਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਾਰਲੀ ਤੋਂ ਅਸਲ ਦੇ ਵਿੱਚ ਇੱਥੇ ਆ ਕੇ ਵਸੇ ਸਨ। ਉਹਨਾਂ ਨੇ ਇੱਕ ਦਿਲਚਸਪ ਕਹਾਣੀ ਵੀ ਲਿਖੀ ਹੈ ਇਸ ਦੇ ਬਾਬਤ। ਉਹਨਾਂ ਦੇ ਪੁਰਖਿਆਂ ਦੇ ਵਿੱਚੋਂ ਇੱਕ ਜਵਾਨ ਮੁੰਡਾ ਆਪਣੇ ਸਵਰਗੀ ਰਿਸ਼ਤੇਦਾਰ ਦੇ ਫੁੱਲ ਪਾਉਣ ਵਾਸਤੇ ਪਿੰਡ ਤੋਂ ਪੈਦਲ ਚੱਲਿਆ ਤੇ ਹਰਿਦੁਆਰ ਜਾ ਰਿਹਾ ਸੀ। ਰਸਤੇ ਦੇ ਵਿੱਚ ਸ਼ਾਮ ਹੋ ਗਈ। ਇੱਕ ਹਵੇਲੀ ਦੇ ਸਾਹਮਣੇ ਜਾ ਕੇ ਰੁਕੇ ਤੇ ਉੱਥੇ ਖੜੇ ਇੱਕ ਵਿਅਕਤੀ ਨੂੰ ਉਹ ਪੁੱਛਦੇ ਨੇ ਕਿ ਇੱਥੇ ਪਿੰਡ ਦੇ ਵਿੱਚ ਰਾਤ ਕੱਟਣ ਵਾਸਤੇ ਥਾਂ ਮਿਲ ਸਕਦੀ ਹੈ, ਜਗ੍ਹਾ ਮਿਲ ਸਕਦੀ ਹੈ। ਵਿਅਕਤੀ ਕਹਿੰਦੇ ਰੁਕੋ, ਮੈਂ ਹਵੇਲੀ ਦੇ ਮਾਲਕ ਨੂੰ ਪੁੱਛ ਕੇ ਆਉਣਾ ਹੈ। ਹਵੇਲੀ ਦੇ ਮਾਲਕ ਨੂੰ ਪੁੱਛ ਕੇ ਉਹ ਜਵਾਨ ਨੂੰ ਅੰਦਰ ਲੈ ਗਿਆ ਤੇ ਹਵੇਲੀ ਦੇ ਮਾਲਕ ਨੇ ਮੁੰਡਾ ਠਾਠ ਬਾਠ ਵਾਲਾ ਦੇਖ ਕੇ ਉਹਨਾਂ ਦੀ ਚੰਗੀ ਮਹਿਮਾਨ ਨਵਾਜ਼ੀ ਕੀਤੀ ਅਤੇ ਉਹਨਾਂ ਦੇ ਘਰ ਵਿੱਚ ਇੱਕੋ ਇੱਕ ਮੁਟਿਆਰ ਧੀ ਸੀ ਤੇ ਮੁਟਿਆਰ ਧੀ ਨੂੰ ਉਹ ਜਵਾਨ ਫੱਬ ਗਿਆ। ਤੇ ਹਵੇਲੀ ਵਾਲਿਆਂ ਨੇ ਪੁੱਛਿਆ ਕਿ ਕਾਕਾ ਤੇਰਾ ਵਿਆਹ ਹੋਇਆ, ਤੂੰ ਵਿਆਹਿਆ ਹੋਇਆ ਜਾਂ ਨਹੀਂ? ਉਸ ਜਵਾਨ ਨੇ ਆਖਿਆ ਕਿ ਨਹੀਂ ਜੀ, ਹਾਲੇ ਮੈਂ ਕੁਆਰਾ ਹਾਂ, ਮੇਰਾ ਕੋਈ ਵਿਆਹ ਨਹੀਂ ਹੋਇਆ। ਇਹ ਗੱਲ ਸੁਣਨ ਤੋਂ ਬਾਅਦ ਹਵੇਲੀ ਵਾਲਿਆਂ ਨੇ ਵਾਪਸੀ ਤੇ ਵੀ ਉਹਨਾਂ ਨੂੰ ਉਸੇ ਹਵੇਲੀ ਵਿੱਚ ਰੋਕਣ ਵਾਸਤੇ ਸੱਦਾ ਦੇ ਦਿੱਤਾ ਅਤੇ ਵਾਪਸੀ ਤੇ ਉਹ ਜਵਾਨ ਜਦੋਂ ਉਸ ਹਵੇਲੀ ਵਿੱਚ ਆ ਕੇ ਰੁਕਦਾ ਹੈ ਤਾਂ ਉਹ ਜਵਾਨ ਨੂੰ ਆਪਣੀ ਧੀ ਵਿਆਹੁਣ ਦੇ ਵਾਸਤੇ ਪੇਸ਼ਕਸ਼ ਕਰਦੇ ਆ। ਇੱਕ ਸ਼ਰਤ ਪਰ ਨਾਲ ਰੱਖ ਦਿੱਤੀ ਕਿ ਜੇਕਰ ਤੂੰ ਸਾਡੀ ਧੀ ਦੇ ਨਾਲ ਵਿਆਹ ਕਰਵਾਵੇਂਗਾ ਤੈਨੂੰ ਇਸੇ ਪਿੰਡ ਤੇ ਇਸੇ ਹਵੇਲੀ ਦੇ ਵਿੱਚ ਆ ਕੇ ਰੋਕਣਾ ਪਊ। ਤੇ ਉਸ ਹਵੇਲੀ ਨੂੰ ਗੜ ਕਲਾਂ ਆਖਿਆ ਜਾਂਦਾ ਸੀ। ਤੇ ਜਵਾਨ ਨੇ ਸ਼ਰਤ ਮਨਜ਼ੂਰ ਕਰ ਲਈ ਤੇ ਉਸ ਨੂੰ ਰਿਵਾਜ ਦੇ ਮੁਤਾਬਕ ਖੱਟ ਜਾਣੀ ਦਹੇਜ ਦੇ ਵਿੱਚ ਉਹ ਹਵੇਲੀ ਦਿੱਤੀ ਗਈ, ਜਿਸ ਤੋਂ ਬਾਅਦ ਉਸ ਪਿੰਡ ਦਾ ਨਾਮ ਖਟਗੜ੍ਹ ਅਤੇ ਫਿਰ ਹੌਲੀ ਹੌਲੀ ਬਦਲਦਾ ਖਟਕੜ ਬਣ ਗਿਆ ਤੇ ਅੱਜ ਕੱਲ੍ਹ ਇਹ ਖਟਕੜ ਕਲਾਂ ਨਾਂ ਨਾਲ ਮਸ਼ਹੂਰ ਹੈ। ਤੇ ਇਹ ਵੇਰਵੇ ਕਿਤੇ ਇਧਰੋਂ ਉਧਰੋਂ ਜਾਂ ਕੋਈ ਮਨ ਘੜਤ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਰਿਹਾ। ਇਹ ਵੇਰਵੇ ਸਰਦਾਰ ਅਜੀਤ ਸਿੰਘ ਹੋਰਾਂ ਨੇ ਆਪਣੀ ਸਵੈ ਜੀਵਨੀ ਜਿੰਦਾ ਦਫਨ ਦੇ ਵਿੱਚ ਦਰਜ ਕੀਤੇ ਹੋਏ ਨੇ। ਅਜੀਤ ਸਿੰਘ ਦੇ ਪੁਰਖਿਆਂ ਨੇ ਖਾਲਸਾ ਰਾਜ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸੇਵਾ ਨਿਭਾਈ ਅਤੇ ਉਹਨਾਂ ਦੇ ਖੁੱਲ੍ਹੇ ਵਿਹੜੇ ਵਿੱਚ ਸਿੱਖ ਦਾ ਕੌਮੀ ਝੰਡਾ ਝੂਲਿਆ ਕਰਦਾ ਸੀ ਤੇ ਉਸ ਜਗ੍ਹਾ ਨੂੰ ਝੰਡਾ ਜੀ ਕਿਹਾ ਕਰਦੇ ਸਨ। ਤੇ ਕੁਝ ਪੀੜ੍ਹੀਆਂ ਤੋਂ ਬਾਅਦ ਜਦੋਂ ਨਾਰਲੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਮੁੜ ਆਉਣ ਦੀ ਪੇਸ਼ਕਸ਼ ਕੀਤੀ, ਗੁਜ਼ਾਰਿਸ਼ ਕੀਤੀ, ਤਾਂ ਪੁਰਖਿਆਂ ਨੇ ਝੰਡਾ ਜੀ ਸਥਾਪਿਤ ਕਰਕੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਅਜੀਤ ਸਿੰਘ ਦੇ ਪਿਤਾ ਸਰਦਾਰ ਅਰਜਨ ਸਿੰਘ ਅਤੇ ਉਹਨਾਂ ਤੋਂ ਵੱਡੇ ਭਰਾ ਕਿਸ਼ਨ ਸਿੰਘ ਅਤੇ ਸਵਰਨ ਸਿੰਘ ਉਹ ਵੀ ਪੱਕੇ ਕੌਮ ਪ੍ਰਸਤ ਸਨ। ਤਿੰਨਾਂ ਭਰਾਵਾਂ ਨੇ ਸਾਈ ਦਾਸ ਐਂਗਲੋ ਸਕੂਲ ਜਲੰਧਰ ਤੋਂ ਮੈਟ੍ਰਿਕ ਪਾਸ ਕੀਤੀ। ਅਜੀਤ ਸਿੰਘ ਨੇ ਲਾਹੌਰ ਦੇ DAV ਕਾਲਜ ਅਤੇ ਉਸ ਤੋਂ ਬਾਅਦ ਬਰੇਲੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉੱਥੇ ਰਹਿੰਦੇ ਹੀ
ਉਹ ਤੇ ਕਿਸ਼ਨ ਸਿੰਘ 1903 ਵਿੱਚ ਲਾਰਡ ਕਰਜ਼ਨ ਦੇ ਬੁਲਾਏ ਦਿੱਲੀ ਦਰਬਾਰ ਦੇ ਵਿੱਚ ਭਾਰਤੀ ਰਾਜਿਆਂ ਨੂੰ ਮਿਲਣ ਗਏ ਅਤੇ ਉਹਨਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਡਟਣ ਦੇ ਵਾਸਤੇ ਪ੍ਰੇਰਿਆ। 1903 ਵਿੱਚ ਹੀ ਉਹਨਾਂ ਕਸੂਰ ਦੇ ਸੂਫੀ ਮਤ ਦੇ ਧਾਰਨੀ ਧਨਪਤ ਰਾਏ ਦੀ ਪਾਲੀ ਹੋਈ ਧੀ ਹਰਨਾਮ ਕੌਰ ਨਾਲ ਵਿਆਹ ਕੀਤਾ। 1906 ਦੇ ਵਿੱਚ ਦੋਵੇਂ ਭਰਾਵਾਂ ਨੇ ਕਲਕੱਤਾ ਦੇ ਵਿੱਚ ਹਾਜ਼ਰੀ ਭਰੀ। ਅਸਲ ਦੇ ਵਿੱਚ ਕਲਕੱਤਾ ਦੇ ਵਿੱਚ ਉਹ ਕਾਂਗਰਸ ਦਾ ਪ੍ਰੋਗਰਾਮ ਸੀ। ਜਦ ਉਸ ਕਾਂਗਰਸ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ ਜਿਸ ਦੀ ਪ੍ਰਧਾਨਗੀ ਦਾਦਾ ਭਾਈ ਨਾਰੋ ਜੀ ਨੇ ਕੀਤੀ ਸੀ, ਉਹ ਕਾਂਗਰਸੀ ਆਗੂਆਂ ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਤੋਂ ਬੜੇ ਪ੍ਰਭਾਵਿਤ ਹੋਏ। ਬਿਪਨ ਚੰਦਰ ਪਾਲ ਬਾਰੇ ਅਜੀਤ ਸਿੰਘ ਨੇ ਬੜਾ ਭਾਵੁਕ ਲੇਖ ਲਿਖਿਆ ਸੀ। 1907 ਵਿੱਚ ਅੰਗਰੇਜ਼ ਸਰਕਾਰ ਨੇ 3 ਕਿਸਾਨ ਵਿਰੋਧੀ ਕਾਨੂੰਨ ਬਣਾਏ, ਜਿਸ ਤਰ੍ਹਾਂ ਆਹ 3 ਕਿਸਾਨ ਵਿਰੋਧੀ ਹੁਣ ਕਾਨੂੰਨ ਬਣ ਚੁੱਕੇ ਨੇ, ਜਿਸ ਨੂੰ ਜਾਂ ਜਿਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਗਰਦਾਨਿਆ। ਤੇ ਤੁਸੀਂ ਦੇਖੋ ਕਿ ਸਮਾਨਤਾਵਾਂ ਕੀ ਨੇ, ਤਿੰਨੇ ਹੀ ਕਾਨੂੰਨ ਉਦੋਂ ਤੇ ਤਿੰਨੇ ਹੀ ਕਾਨੂੰਨ ਹੁਣ। ਉਸ ਵਕਤ ਦੇ ਕਿਸਾਨ ਉਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਸੀ ਤੇ ਇਹਨਾਂ ਨੂੰ ਵੀ ਕਿਸਾਨ ਹੁਣ ਕਾਲੇ ਕਾਨੂੰਨ ਆਖ ਰਹੇ ਨੇ। ਫਿਰ ਤਿੰਨੇ ਹੀ ਕਾਲੇ ਕਾਨੂੰਨਾਂ ਵਿੱਚ 1906 ਦਾ ਪੰਜਾਬ ਲੈਂਡ ਐਨਕਲੋਨਾਈਜੇਸ਼ਨ ਬਿੱਲ, ਜਿਸ ਦੇ ਰਾਹੀਂ ਜ਼ਮਾਨਤ ਕਿਸਾਨਾਂ ਦੀ ਜਿਹੜੀ ਜ਼ਮੀਨ ਸੀ, ਉਸ ਬਿੱਲ ਦੇ ਹਿਸਾਬ ਦੇ ਨਾਲ, ਕਾਨੂੰਨ ਦੇ ਹਿਸਾਬ ਨਾਲ ਜ਼ਬਤ ਤੱਕ ਕੀਤੀ ਜਾ ਸਕਦੀ ਸੀ। 25% ਮਾਲੀਆ ਵਧਾਉਣਾ ਅਤੇ ਬਾਰੀ ਦੁਆਬ ਨਹਿਰ ਦੇ ਪਾਣੀ ਦੀਆਂ ਦਰਾਂ ਵਧਾਉਣਾ ਵੀ ਸ਼ਾਮਲ ਸਨ। ਸਰਦਾਰ ਅਜੀਤ ਸਿੰਘ ਨੇ ਇਹਨਾਂ ਕਾਨੂੰਨਾਂ ਦੇ ਖਿਲਾਫ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਉਹਨਾਂ ਮੀਟਿੰਗਾਂ ਨੂੰ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ, ਜਿਸ ਤਰ੍ਹਾਂ ਹੁਣ ਕਿਸਾਨ ਦੇ ਚੱਲ ਰਹੇ ਮੋਰਚੇ ਨੂੰ ਮਿਲ ਰਿਹਾ ਹੈ। ਲਾਲਾ ਲਾਜਪਤ ਰਾਏ ਵੀ ਉਸ ਵਕਤ ਸਿਰਕੱਢ ਆਗੂ ਸੀ, ਉਹਨਾਂ ਨੂੰ ਵੀ ਮੀਟਿੰਗਾਂ ਦੇ ਵਿੱਚ ਬੁਲਾਇਆ ਜਾਣ ਲੱਗਿਆ, ਸੱਦਿਆ ਜਾਣ ਲੱਗਿਆ। 22 ਮਾਰਚ ਦੀ ਲਾਇਲਪੁਰ ਦੀ ਭਰਵੀਂ ਮੀਟਿੰਗ ਵਿੱਚ ਝੰਗ ਸਿਆਲ ਦੇ ਸੰਪਾਦਕ ਸਨ ਲਾਲਾ ਬੰਕੇ ਦਿਆਲ। ਝੰਗ ਸਿਆਲ ਦੇ ਸੰਪਾਦਕ ਲਾਲਾ ਬੰਕੇ ਦਿਆਲ ਨੇ ਪਗੜੀ ਸੰਭਾਲ ਜੱਟਾਂ ਨਾਂ ਦੀ ਇੱਕ ਕਵਿਤਾ ਪੜ੍ਹੀ। ਇੰਨਾ ਕੁ ਜ਼ਬਰਦਸਤ ਉਸ ਕਵਿਤਾ ਦਾ ਅਸਰ ਹੋਇਆ ਤੇ ਜਿਹੜੀ ਉਹ ਕਿਸਾਨਾਂ ਦੇ ਖਿਲਾਫ ਬਣਾਏ ਗਏ ਕਾਨੂੰਨਾਂ ਦੇ ਉੱਤੇ ਲਹਿਰ ਚੱਲ ਰਹੀ ਸੀ, ਉਸ ਲਹਿਰ ਦਾ ਚਿਹਰਾ ਮੋਹਰਾ ਤੇ ਉਸ ਲਹਿਰ ਦਾ ਨਾਮ ਪਗੜੀ ਸੰਭਾਲ ਜੱਟਾ ਪੈ ਗਿਆ। ਫਿਰ ਇਸ ਲਹਿਰ ਨੇ ਅੰਗਰੇਜ਼ ਹਾਕਮਾਂ ਦੇ ਵਿੱਚ ਖਲਬਲੀ ਪੈਦਾ ਕਰ ਦਿੱਤੀ ਅਤੇ ਅੰਗਰੇਜ਼ ਫੌਜ ਦੇ ਮੁਖੀ ਲਾਰਡ ਕਿਚਨਰ ਨੂੰ ਇਹ ਡਰ ਹੋ ਗਿਆ ਕਿ ਇਸ ਲਹਿਰ ਦਾ ਅਸਰ ਫੌਜ ਅਤੇ ਕਿਤੇ ਪੁਲਿਸ ਦੇ ਜਵਾਨਾਂ ਤੇ ਵੀ ਹੋ ਸਕਦਾ ਪੈ ਨਾ ਜਾਵੇ ਅਤੇ ਉਹ 1857 ਦੇ ਵਾਂਗ ਕਿਤੇ ਬਗਾਵਤ ਨਾ ਕਰ ਦੇਣ। ਭਾਰਤੀ ਮਾਮਲਿਆਂ ਦੇ ਮੰਤਰੀ ਸਨ ਲਾਰਡ ਜੌਨ ਮਾਰਲੇ। ਉਹਨਾਂ ਨੇ ਬਰਤਾਨਵੀ ਪਾਰਲੀਮੈਂਟ ਵਿੱਚ ਦੱਸਿਆ ਕਿ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ ਦੇ ਵਿੱਚ ਕੁੱਲ 33 ਮੀਟਿੰਗਾਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 19 ਮੀਟਿੰਗਾਂ ਦੇ ਮੁੱਖ ਬੁਲਾਰੇ ਸਰਦਾਰ ਅਜੀਤ ਸਿੰਘ ਸਨ ਅਤੇ ਅਜੀਤ ਸਿੰਘ ਦੀ ਜਿਹੜੀ ਤਕਰੀਰ ਹੋਇਆ ਕਰਦੀ ਸੀ, ਭਾਸ਼ਣ ਹੋਇਆ ਕਰਦਾ ਸੀ, ਜ਼ਬਰਦਸਤ ਜੋਸ਼ ਪੈਦਾ ਕਰਦਾ ਸੀ। 21 ਅਪ੍ਰੈਲ 1907 ਨੂੰ ਰਾਵਲਪਿੰਡੀ ਦੀ ਫਿਰ ਇੱਕ ਤਕਰੀਰ ਨੂੰ ਬੇਹੱਦ ਬਾਗੀ ਜਾਂ ਦੇਸ਼ ਧਰੋਹੀ ਆਖੀਏ, ਬਾਗੀ ਜਾਂ ਦੇਸ਼ ਧਰੋਹੀ ਕਰਾਰ ਦੇ ਕੇ ਹੁਣ ਵਾਂਗ ਦਫਾ 124 ਦੇ ਵਿੱਚ ਮੁਲਕ ਤੋਂ ਬਾਹਰ ਜਾਣ ਤੇ ਬਾਅਦ ਸਰਦਾਰ ਅਜੀਤ ਸਿੰਘ ਹੋਰਾਂ ਤੇ ਕੇਸ ਦਰਜ ਕਰ ਦਿੱਤਾ ਗਿਆ। ਅੰਗਰੇਜ਼ ਸਰਕਾਰ ਨੇ ਕਿਸਾਨ ਲਹਿਰ ਦੇ ਲੋਕ ਲਹਿਰ ਵਿੱਚ ਬਦਲਣ ਦੇ ਡਰੋਂ ਤਿੰਨੇ ਕਾਲੇ ਕਾਨੂੰਨ ਫਿਰ ਆਖਿਰਕਾਰ ਮਈ ਮਹੀਨੇ ਵਾਪਸ ਵੀ ਲੈ ਲਏ, ਪਰ ਆਹ ਕਾਨੂੰਨ ਹਾਲੇ ਵਾਪਸ ਨਹੀਂ ਲੈ ਲਏ, ਲਹਿਰ ਉਸੇ ਤਰ੍ਹਾਂ ਚੱਲ ਰਹੀ ਹੈ। ਪਰ ਲਾਲਾ ਲਾਜਪਤ ਰਾਏ ਨੂੰ 9 ਮਈ ਨੂੰ ਅਤੇ ਸਰਦਾਰ ਅਜੀਤ ਸਿੰਘ ਨੂੰ 2 ਜੂਨ ਨੂੰ ਗ੍ਰਿਫਤਾਰ ਕਰਕੇ ਰੈਗੂਲੇਸ਼ਨ 1818 ਦੇ ਤਹਿਤ 6 ਮਹੀਨਿਆਂ ਲਈ ਬਰਮਾ ਦੀ ਮਾਂਡਲੇ ਜੇਲ੍ਹ ਭੇਜ ਦਿੱਤਾ। ਫਿਰ ਜਿੱਥੋਂ 11 ਨਵੰਬਰ 1907 ਨੂੰ ਦੋਵਾਂ ਦੀ ਰਿਹਾਈ ਹੋਈ। ਲਾਲਾ ਲਾਜਪਤ ਰਾਏ ਹੋਰਾਂ ਨੇ ਅੰਗਰੇਜ਼ ਸਰਕਾਰ ਨੂੰ ਇੱਕ ਪਟੀਸ਼ਨ ਦੇ ਕੇ ਕਿਹਾ ਕਿ ਉਹਨਾਂ ਨੇ ਕੋਈ ਗੈਰ ਕਾਨੂੰਨੀ ਜਾਂ ਹਿੰਸਕ ਕਾਰਵਾਈ ਨੂੰ ਕੋਈ ਅੰਜਾਮ ਨਹੀਂ ਦਿੱਤਾ, ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਪਰ ਦੂਸਰੇ ਪਾਸੇ ਸਰਦਾਰ ਅਜੀਤ ਸਿੰਘ ਨੇ ਇਸ ਤਰ੍ਹਾਂ ਦੀ ਕੋਈ ਪਟੀਸ਼ਨ ਨਾ ਪਾਈ। ਕਿਸ਼ਨ ਸਿੰਘ ਹੋਰਾਂ ਦੇ ਨਾਲ ਸਵਰਨ ਸਿੰਘ ਅਤੇ ਇਹਨਾਂ ਤਿੰਨਾਂ ਨੂੰ ਸਜ਼ਾਵਾਂ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸੇ ਦੌਰਾਨ 28 ਸਤੰਬਰ ਤੇ 1907 ਦਾ ਦਿਨ ਆਉਂਦਾ ਹੈ ਤੇ ਇਸ ਦਿਨ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੁੰਦਾ ਹੈ। ਇਸ ਤਰੀਕ ਦੇ ਨੇੜੇ ਤੇੜੇ ਤਿੰਨੇ ਹੀ ਭਰਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ। ਇਸ ਕਰਕੇ ਉਹਨਾਂ ਦੀ ਦਾਦੀ ਜੀ ਨੇ ਘਰ ਦੇ ਵਿੱਚ ਜਨਮੇ ਨਵੇਂ ਬਾਲ ਉਹਨਾਂ ਨੂੰ ਭਾਗਾਂ ਵਾਲਾ ਕਹਿ ਕੇ ਉਹਦਾ ਨਾਮ ਭਗਤ ਸਿੰਘ ਰੱਖ ਦਿੱਤਾ। ਤੇ ਫੌਜ ਤੁਸੀਂ ਦੇਖੋ ਕਿ ਇੱਕ ਪਾਸੇ ਫੌਜੀਆਂ ਨੂੰ ਬਗਾਵਤ ਦਾ ਡਰ, ਪੁਲਿਸ ਨੂੰ ਬਗਾਵਤ ਦਾ ਡਰ, ਤੇ ਤਿੰਨੇ ਭਰਾ ਦੇਸ਼ ਪ੍ਰਸਤ ਤੇ ਜੇਲ੍ਹਾਂ ਕੱਟ ਰਹੇ ਨੇ
ਤੇ ਘਰ ਦੇ ਵਿੱਚ ਪੈਦਾ ਹੋਇਆ ਬੱਚਾ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਭਾਰਤੀਆਂ ਦਾ ਸਭ ਤੋਂ ਵੱਡਾ ਨਾਇਕ ਬਣ ਕੇ ਉੱਭਰਦਾ ਹੈ। ਤੇ ਇਸੇ ਹੀ ਦਿਨ ਪਗੜੀ ਸੰਭਾਲ ਜੱਟਾ ਜਿਹੜਾ ਉਹਨਾਂ ਦਾ ਜਨਮ ਦਿਨ ਸੀ, ਉਸ ਦਿਨ ਤੋਂ ਬਾਅਦ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਦੇ ਵਜੋਂ ਸਰਦਾਰ ਅਜੀਤ ਸਿੰਘ ਨੂੰ ਲੋਕ ਚੇਤੇ ਕਰਦੇ ਆ। ਉਹਨਾਂ ਦੀ ਜੀਵਨੀ ਬਹੁਤ ਕਮਾਲ ਦੀ ਹੈ। ਲਗਭਗ 38-39 ਵਰੇ ਜਲਾਵਤਨ ਰਹੇ। ਜਦੋਂ 39 ਵਰਿਆਂ ਤੋਂ ਬਾਅਦ ਵਾਪਸ ਆਉਂਦੇ ਨੇ, ਪਛਾਣਿਆ ਨਹੀਂ ਸੀ ਕਰਦਿਆਂ ਨੇ। ਉਹ ਬਹੁਤ ਕਮਾਲ ਦੀ ਜੀਵਨੀ ਹੈ। ਕਿਸ ਦਿਨ ਕੋਸ਼ਿਸ਼ ਕਰਾਂਗੇ ਕਿ ਜੀਵਨੀ ਲੰਬੀ ਹੈ, ਵਿਸ਼ੇਸ਼ ਪ੍ਰੋਗਰਾਮ ਸਰਦਾਰ ਅਜੀਤ ਸਿੰਘ ਹੋਰਾਂ ਤੇ ਕਿਸੇ ਦਿਨ ਫੇਰ ਕਰੀਏ। ਤੇ ਅੱਜ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਸਰਦਾਰ ਅਜੀਤ ਸਿੰਘ ਦੇ ਜਨਮ ਦਿਨ ਦੇ ਉੱਤੇ ਤੁਹਾਨੂੰ ਸਭਨਾਂ ਨੂੰ ਮੁਬਾਰਕਬਾਦ। ਤੇ ਅਗਲੀ ਖਬਰ ਵੱਲ ਹੁਣ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ ਮਹਾਪੰਚਾਇਤਾਂ ਹੋ ਰਹੀਆਂ ਨੇ। ਉਸੇ ਤਰ੍ਹਾਂ ਦੀ ਮਹਾਪੰਚਾਇਤ ਖਬਰ ਮਿਲ ਰਹੀ ਹੈ ਕਿ ਭਾਰਤ ਦੇ ਵਿੱਚ ਜਿਸ ਤਰ੍ਹਾਂ ਵੱਖੋ-ਵੱਖ ਸੂਬਿਆਂ ਦੇ ਵਿੱਚ ਮਹਾਪੰਚਾਇਤਾਂ ਦਾ ਸਿਲਸਿਲਾ ਹੈ, ਵਿਦੇਸ਼ਾਂ ਵਿੱਚ ਵੀ ਸ਼ੁਰੂ ਹੋ ਗਿਆ। ਪਹਿਲਾਂ ਵਿਦੇਸ਼ਾਂ ਦੇ ਵਿੱਚ ਰੈਲੀਆਂ, ਕਾਰ ਰੈਲੀਆਂ, ਟਰੈਕਟਰ ਰੈਲੀਆਂ ਹੋਈਆਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਪਹਿਲ ਹੋ ਗਈ ਆ, ਉੱਥੇ ਮਹਾਪੰਚਾਇਤ ਹੋਈ ਹੈ। ਤੇ ਮਹਾਪੰਚਾਇਤ ਦੀ ਸ਼ੁਰੂਆਤ ਸਿਡਨੀ ਤੋਂ ਹੋਈ ਹੈ। ਸਿਡਨੀ ਦੇ ਬਲੈਕ ਟਾਊਨ ਸ਼ਹਿਰ ਦੇ ਵਿੱਚ ਉੱਥੋਂ ਲਗਭਗ 10 ਵਜੇ ਤੋਂ ਲੈ ਕੇ ਉੱਥੋਂ ਦੇ ਸਮੇਂ ਮੁਤਾਬਕ ਬਾਅਦ ਦੁਪਹਿਰ 3 ਵਜੇ ਤੱਕ ਇਹ ਪ੍ਰੋਗਰਾਮ ਚੱਲਿਆ। ਤੇ ਇਸ ਮਹਾਪੰਚਾਇਤ ਦੇ ਵਿੱਚ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਲੋਕਾਂ ਨੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਇਹਨਾਂ ਕਾਨੂੰਨਾਂ ਦੇ ਪ੍ਰਤੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਜਿਹੜੇ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ, ਉਹਨਾਂ ਦੇ ਵਿਰੁੱਧ ਵੀ ਪ੍ਰਗਟਾਵਾ ਕੀਤਾ ਕਿ ਜਾਣਬੁੱਝ ਕੇ ਨਜਾਇਜ਼ ਕੀਤੀ ਜਾ ਰਹੀ ਹੈ। ਇਸ ਮਹਾਪੰਚਾਇਤ ਦੇ ਇਕੱਠ ਦੇ ਵਿੱਚ ਇਕੱਲੇ ਪੰਜਾਬੀ ਨਹੀਂ, ਪੰਜਾਬੀਆਂ ਤੋਂ ਇਲਾਵਾ ਹਰਿਆਣਵੀ, ਦਿੱਲੀ ਦੇ, ਯੂਪੀ ਦੇ, ਰਾਜਸਥਾਨ ਦੇ, ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀ ਗੋਰੇ ਲੋਕਾਂ ਨੇ, ਉੱਥੋਂ ਦੇ ਗੋਰੇ ਲੀਡਰਾਂ ਨੇ ਵੀ ਸ਼ਿਰਕਤ ਕੀਤੀ। ਭਾਈਚਾਰਕ ਸਾਂਝ ਦਾ ਪ੍ਰਤੀਕ ਸੀ। ਇੱਕੋ ਹੀ ਸਟੇਜ ਤੋਂ ਵੱਖੋ-ਵੱਖ ਫਿਰਕਿਆਂ ਦੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅੰਦੋਲਨ ਮੁਕੰਮਲ ਤੌਰ ਤੇ ਸ਼ਾਂਤਮਈ ਰਿਹਾ। ਪ੍ਰਬੰਧਕਾਂ ਨੂੰ ਸਿਹਰਾ ਵੀ ਜਾਂਦਾ ਕਿ ਉਹਨਾਂ ਨੇ ਸਾਰੇ ਲੋਕਾਂ ਨੂੰ ਸ਼ਾਮਲ ਕੀਤਾ। ਸਿਡਨੀ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਧ ਜਾਂਦਾ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਸਹਿਯੋਗ ਨੂੰ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ। ਅਤੇ ਇਸ ਮਹਾਪੰਚਾਇਤ ਦੇ ਵਿੱਚ ਜਿਹੜੀਆਂ ਕੋਵਿਡ-19 ਦੀਆਂ ਹਦਾਇਤਾਂ ਦੀ ਸੀ, ਉਹਨਾਂ ਦੀ ਪਾਲਣਾ ਵੀ ਕੀਤੀ। ਅਤੇ ਇਸ ਦੇ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਕੁਲਦੀਪ ਸਿੰਘ ਤੰਬੜੈਤ, ਜਗਸੀਰ ਸਿੰਘ ਜੱਗੀ, ਇਹ ਸਾਰੇ ਸ਼ਾਮਲ ਵੀ ਹੋਏ। ਪਰ ਕੁਝ ਇੱਕ ਤਕਨੀਕੀ ਕਾਰਨਾਂ ਦੀ ਕਮੀ ਰੜਕਦੀ ਰਹੀ। ਰਾਬਤਾ ਚੰਗੇ ਤਰੀਕੇ ਨਾਲ ਭਾਵੇਂ ਹੋ ਨਾ ਸਕਿਆ। ਪਰ ਇਸੇ ਦੌਰਾਨ ਪ੍ਰਬੰਧਕਾਂ ਨੇ ਜਿੱਥੇ ਬਹੁਤ ਸੁਚੱਜੇ ਤਰੀਕੇ ਨਾਲ ਇਸ ਮਹਾਪੰਚਾਇਤ ਨੂੰ ਉਲੀਕਿਆ ਸੀ, ਕਿਸਾਨ ਆਗੂਆਂ ਨੇ ਉਹਨਾਂ ਦਾ ਅਤੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਬੱਚਿਆਂ ਦੇ ਹੱਥਾਂ ਦੇ ਵਿੱਚ ਨੋ ਫਾਰਮਰ ਨੋ ਫੂਡ ਦੇ ਬੈਨਰ ਨਜ਼ਰ ਆ ਰਹੇ ਸਨ। ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਸਮੇਤ ਇਸ ਮਹਾਪੰਚਾਇਤ ਦਾ ਹਿੱਸਾ ਬਣੇ ਹੋਏ ਸੀ। ਉੱਥੋਂ ਦੇ ਜੰਮਪਲ ਬੱਚੇ, ਛੋਟੇ ਬੱਚੇ, ਉਹਨਾਂ ਦੇ ਹੱਥਾਂ ਵਿੱਚ ਨੋ ਫਾਰਮਰ ਨੋ ਫੂਡ ਦੇ ਬੈਨਰ ਸੀ ਤੇ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਮਜ਼ਦੂਰ ਕਿਸਾਨ ਏਕਤਾ ਦੇ ਨਾਅਰੇ ਲਗਾ ਰਹੇ ਸਨ ਤੇ ਭਾਰਤ ਦੇ ਕਿਸਾਨਾਂ ਦੀ ਹਮਾਇਤ ਕਰ ਰਹੇ ਸਨ। ਤੇ ਇਸ ਮਹਾਪੰਚਾਇਤ ਵਿੱਚ ਇਕੱਠ ਦੇ ਨਾਲ ਭਾਰਤੀ ਭਾਈਚਾਰੇ ਦਾ ਏਕਤਾ ਦੇਖਣ ਨੂੰ ਮਿਲੀ। ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ, ਦਿੱਲੀ ਦੇ, ਰਾਜਸਥਾਨ ਦੇ ਪਿਛੋਕੜ ਉਹਨਾਂ ਨਾਲ ਸੰਬੰਧਿਤ ਸੀ ਜਿਹੜੇ ਲੋਕ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਏ ਅਤੇ ਗੋਰੇ ਲੋਕ ਵੀ ਇਸ ਮਹਾਪੰਚਾਇਤ ਦੇ ਵਿੱਚ ਦੇਖੇ ਗਏ। ਸੋ ਉੱਥੋਂ ਮਿਸਟਰ ਹੈਰੀ ਹੋਰੀ ਸਾਡੇ ਮਿੱਤਰ ਨੇ, ਉਹਨਾਂ ਨੇ ਕੁਝ ਇੱਕ ਵੀਡੀਓ ਤੇ ਕੁਝ ਇੱਕ ਫੋਟੋਆਂ ਸਾਡੇ ਤੱਕ ਪੁੱਜਦੀਆਂ ਕੀਤੀਆਂ ਸੀ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਉਹ ਸ਼ਾਮਲ ਵੀ ਕਰ ਰਹੇ ਹਾਂ। ਤੇ ਅਗਲੀ ਖਬਰ ਹੈ ਜਿਹੜੀ ਗੁਰਲਾਲ ਭਲਵਾਨ ਦਾ ਬੀਤੇ ਦਿਨੀ ਫਰੀਦਕੋਟ ਦੇ ਵਿੱਚ ਭਰੇ ਬਾਜ਼ਾਰ ਦਿਨ ਖੜੇ ਕਤਲ ਹੋਇਆ ਸੀ। ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ 3 ਮੁਲਜ਼ਮ ਫੜੇ ਨੇ। ਦਿੱਲੀ ਪੁਲਿਸ ਵੱਲੋਂ ਯੂਥ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੇ ਕਤਲ ਦੇ ਮਾਮਲੇ ਦੇ ਵਿੱਚ 3 ਜਿਹੜੇ ਨੌਜਵਾਨ ਕਾਬੂ ਕੀਤੇ ਗਏ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਪੁੱਛਗਿੱਛ ਦੇ ਵਿੱਚ ਕੁਝ ਅਹਿਮ ਖੁਲਾਸੇ ਹੋਏ ਨੇ, ਅਹਿਮ ਪ੍ਰਗਟਾਵੇ ਹੋਏ ਨੇ। ਜੇ ਹੁਣ ਉਹਨਾਂ ਖੁਲਾਸਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਦਿੱਲੀ ਪੁਲਿਸ ਦੇ ਮੁਤਾਬਕ ਉਹਨਾਂ 3 ਨੌਜਵਾਨਾਂ ਨੇ ਗੁਰਲਾਲ ਭਲਵਾਨ ਦਾ ਕਤਲ ਪਹਿਲਾਂ ਫਰੀਦਕੋਟ ਵਿੱਚ ਨਹੀਂ ਸੀ ਕਰਨਾ, ਦਿੱਲੀ ਦੀ ਸਿੰਘੂ ਸਰਹੱਦ ਤੇ ਕਰਨਾ ਸੀ, ਕਿਸਾਨ ਅੰਦੋਲਨ ਵਿੱਚ ਕਰਨਾ ਸੀ। ਫਿਰ ਉਹਨਾਂ ਨੇ ਜੰਤਰ ਮੰਤਰ ਤੇ ਵੀ ਪ੍ਰੋਗਰਾਮ ਬਣਾਇਆ ਕਿ ਉੱਥੇ ਕਤਲ ਕੀਤਾ ਜਾਵੇ, ਜਾਂ ਫਿਰ ਪੰਜਾਬ ਕਾਂਗਰਸ ਦੇ ਧਰਨੇ ਜਿੱਥੇ ਉਹ ਜਾਂਦਾ ਹੈ ਉੱਥੇ ਉਸ ਨੂੰ ਮਾਰਨ ਦਾ ਯਤਨ ਵੀ ਕੀਤਾ ਗਿਆ। ਪਰ ਜੇਕਰ ਉਹ ਸਿੰਘੂ ਜੰਤਰ ਮੰਤਰ ਜਾਂ ਪੰਜਾਬ ਦੇ ਵਿੱਚ ਕਿਸੇ ਧਰਨੇ ਤੇ
ਗੁਰਲਾਲ ਦਾ ਕਤਲ ਕਰ ਦਿੰਦੇ ਤੇ ਫਿਰ ਇਹਨੂੰ ਰੰਗਤ ਕਿਹੜੀ ਦਿੱਤੀ ਜਾਣੀ ਸੀ? ਇਹਦਾ ਅਸਰ ਪੰਜਾਬ ਦੇ ਵਿੱਚ ਜਾਂ ਇਸ ਅੰਦੋਲਨ ਦੇ ਉੱਤੇ ਕਿਹੋ ਜਿਹਾ ਦੇਖਣ ਨੂੰ ਮਿਲਣਾ ਸੀ, ਤੁਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋ। ਇੱਕ ਤਾਂ ਇਸ ਨਾਲ ਕਿਸਾਨ ਅੰਦੋਲਨ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਸੀ। ਦੂਸਰਾ, ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਤੇ ਵੀ ਇਸ ਦਾ ਮਾੜਾ ਅਸਰ ਪੈ ਸਕਦਾ ਸੀ। ਭਾਵੇਂ ਕਿਸਾਨ ਜਾਂ ਕਾਂਗਰਸ ਦੇ ਵੱਖ-ਵੱਖ ਥਾਵਾਂ ਤੇ ਲੱਗੇ ਧਰਨਿਆਂ ਦੇ ਵਿੱਚ ਇਹ ਨੌਜਵਾਨ ਆਪਣੇ ਮਨਸੂਬੇ ਨੂੰ ਕਾਮਯਾਬ ਕਰਨ ਵਿੱਚ ਨਾ ਕਾਮਯਾਬ ਰਹੇ, ਨਾ ਦਿੱਲੀ ਵਿੱਚ ਨਾ ਕਿਤੇ ਹੋਰ ਉਹ ਗੁਰਲਾਲ ਦਾ ਕਿਸਾਨੀ ਧਰਨਿਆਂ ਦੌਰਾਨ ਕਤਲ ਨਾ ਕਰ ਸਕੇ। ਪਰ ਦਿੱਲੀ, ਪੰਜਾਬ ਅਤੇ ਰਾਜਸਥਾਨ ਦੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਵੱਖੋ-ਵੱਖ ਪਹਿਲੂਆਂ ਤੇ ਇਸ ਵਕਤ ਵਿਚਾਰਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਇਹ ਵੀ ਹੈ ਕਿ ਜੇਕਰ ਕਿਸਾਨਾਂ ਦੇ ਧਰਨੇ ਜਾਂ ਕਾਂਗਰਸ ਦੀ ਰੈਲੀ ਦੇ ਵਿੱਚ ਗੁਰਲਾਲ ਭਲਵਾਨ ਦਾ ਕਤਲ ਹੋ ਜਾਂਦਾ, ਉਹ ਕਾਮਯਾਬ ਹੋ ਜਾਂਦੇ, ਤਾਂ ਫਿਰ ਕਿਉਂਕਿ ਇਸ ਕਤਲ ਦੇ ਨਾਲ ਕੈਨੇਡਾ ਦੇ ਤਾਰ ਜੋੜ ਕੇ ਪੁਲਿਸ ਵੱਲੋਂ ਦੱਸੇ ਜਾ ਰਹੇ ਨੇ। ਪੁਲਿਸ ਕਹਿੰਦੀ ਫਿਰ ਕੈਨੇਡਾ ਦੇ ਵਿੱਚ ਬੈਠੇ ਆ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਿੰਨ ਜਾਂਦੇ। ਇੱਕ ਤਾਂ ਕਹਿੰਦੇ ਗੁਰਲਾਲ ਭਲਵਾਨ ਨੂੰ ਮਾਰ ਦੇਣਾ ਸੀ, ਦੂਜਾ ਧਰਨੇ ਵਿੱਚ ਕਤਲ ਦੀ ਘਟਨਾ ਵਾਪਰਨ ਨਾਲ ਕਿਸਾਨਾਂ ਦਾ ਗੁੱਸਾ ਹੋਰ ਵਧਣਾ ਸੀ, ਜਿਸ ਨਾਲ ਪੰਜਾਬ ਸਮੇਤ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਦੀ ਇੱਕ ਮੋਹਰ ਲਾਈ ਜਾ ਸਕਦੀ ਸੀ। ਦਿੱਲੀ ਪੁਲਿਸ ਦੇ ਡੀਸੀਪੀ ਮਨੀਸ਼ ਚੰਦਰਾ ਦੇ ਮੁਤਾਬਕ ਕੈਨੇਡਾ ਵਿੱਚ ਬੈਠੇ ਕੁਝ ਲੋਕ ਮਾਹੌਲ ਖਰਾਬ ਕਰਨ ਦਾ ਕੰਮ ਕਰ ਰਹੇ ਨੇ। ਇਹ ਪੁਲਿਸ ਦਾ ਬਿਆਨ ਹੈ ਜਿਹੜਾ ਮੈਂ ਤੁਹਾਡੇ ਨਾਲ ਦੱਸ ਰਿਹਾ। ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਗੁਰਲਾਲ ਭਲਵਾਨ ਦੇ ਕਤਲ ਦਾ ਮਾਸਟਰਮਾਈਂਡ ਉਹ ਕਹਿੰਦੇ ਕੈਨੇਡਾ ਵਿੱਚ ਬੈਠਾ ਹੈ। ਉਹਦੇ ਦਿਸ਼ਾ ਨਿਰਦੇਸ਼ ਤੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਫਰੀਦਕੋਟ ਤੋਂ ਭੱਜੇ ਤਿੰਨੇ ਨੌਜਵਾਨਾਂ ਨੂੰ ਦਿੱਲੀ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ। ਪਿਛਲੇ ਕੁਝ ਮਹੀਨਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੁਝ ਵੱਡੀਆਂ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਦਿੱਲੀ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ, ਜਿਨ੍ਹਾਂ ਵਿੱਚ ਮੋਗਾ ਸਕੱਤਰੇਤ ਦੇ ਵਿੱਚ ਇੱਕ ਖਾਲਿਸਤਾਨ ਦਾ ਝੰਡਾ ਤੁਹਾਨੂੰ ਸ਼ਾਇਦ ਯਾਦ ਹੋਵੇ ਚੜਾਇਆ ਗਿਆ ਸੀ। ਇਸੇ ਤਰ੍ਹਾਂ ਤਰਨਤਾਰਨ ਦੇ ਬਲਵਿੰਦਰ ਸਿੰਘ ਦੇ ਹਥਿਆਰੇ ਅਤੇ ਹੁਣ ਗੁਰਲਾਲ ਭਲਵਾਨ ਦੇ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ, ਤਿੰਨੋਂ ਹੀ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਨੇ ਅਤੇ ਤਿੰਨੋਂ ਹੀ ਘਟਨਾਵਾਂ ਦੇ ਤਾਰ ਜਾਂ ਜਿਹੜੇ ਮੁਲਜ਼ਮ ਸਨ ਉਹ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ। ਭਾਵੇਂ ਤਫਤੀਸ਼ ਜਾਰੀ ਹੈ, ਭਾਵੇਂ ਪੁਲਿਸ ਦੱਸ ਰਹੀ ਹੈ ਕਿ ਕੈਨੇਡਾ ਬੈਠੇ ਬੰਦੇ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇਹਨਾਂ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਪਰ ਹਾਲੇ ਇਸ ਕਤਲ ਦੇ ਤਾਰ ਕਿੱਥੇ ਕਿੱਥੇ ਜੁੜਦੇ ਨੇ, ਹਾਲੇ ਤਫਤੀਸ਼ ਦੇ ਵਿੱਚ ਬਹੁਤ ਕੁਝ ਬਾਹਰ ਆਉਣ ਵਾਲਾ ਹੈ। ਇਹ ਪੁਲਿਸ ਦਾ ਬਿਆਨ ਹੈ ਜੋ ਪੁਲਿਸ ਆਖ ਰਹੀ ਹੈ ਕਿ ਇਸ ਵਿੱਚ ਸੱਚਾਈ ਹੈ ਜਾਂ ਨਹੀਂ, ਇਸ ਗੱਲ ਬਾਰੇ ਤਾਂ ਅਦਾਲਤ ਨੇ ਫੈਸਲਾ ਕਰਨਾ ਹੈ। ਅਗਲਾ ਜਿਹੜਾ ਮਾਮਲਾ ਹੈ ਇਹ ਬਹੁਤ ਮਹੱਤਵਪੂਰਨ ਮਾਮਲਾ ਹੈ। ਰਾਜਾ ਵੜਿੰਗ ਅਕਸਰ ਕਿਸੇ ਨੂੰ ਕਿਸੇ ਬਿਆਨ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹੈ ਤੇ ਹੁਣ ਇੱਕ ਔਰਤ ਨੇ ਰਾਜਾ ਵੜਿੰਗ ਤੇ ਬੜੇ ਗੰਭੀਰ ਦੋਸ਼ ਲਾਏ ਨੇ। ਖੁਦਕੁਸ਼ੀ ਮਾਮਲੇ ਦੇ ਵਿੱਚ ਰਾਜਾ ਵੜਿੰਗ ਦਾ ਨਾਮ ਬੋਲਣ ਲੱਗ ਪਿਆ। ਰਾਜਾ ਵੜਿੰਗ ਤੁਹਾਨੂੰ ਪਤਾ ਹੈ ਕੁਝ ਕੁ ਦਿਨ ਪਹਿਲਾਂ ਵੀ ਇੱਕ ਟੇਲਰ ਮਾਸਟਰ ਦੇ ਪੈਸਿਆਂ ਵਾਲੇ ਮਾਮਲੇ ਵਿੱਚ ਸੁਰਖੀਆਂ ਵਿੱਚ, ਅਕਸਰ ਉਹ ਬਿਆਨ ਇਸ ਤਰ੍ਹਾਂ ਦੇ ਦਿੰਦੇ ਨੇ ਕਿ ਸੁਰਖੀਆਂ ਆਪਣੇ ਆਪ ਬਟੋਰ ਲੈਂਦੇ ਨੇ। ਹੁਣ ਕਟਾਰੀਆ ਖੁਦਕੁਸ਼ੀ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਦਰਜ ਹੋ ਗਿਆ ਜਦੋਂ ਘਟਨਾ ਦੌਰਾਨ ਜ਼ਖਮੀ ਹੋਈ ਮ੍ਰਿਤਕ ਦੀ ਪਤਨੀ ਸ਼ੀਨਮ ਕਟਾਰੀਆ ਨੇ ਇੱਕ ਬਿਆਨ ਦੇ ਦਿੱਤਾ। ਇਹਨਾਂ ਦਾ ਵਿਆਹ ਕਰਨ ਕਟਾਰੀਆ ਨਾਲ ਸਾਲ 2013 ਵਿੱਚ ਹੋਇਆ ਸੀ। ਬਾਅਦ ਵਿੱਚ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੇ ਲੜਕਾ ਰੋਇਸ਼ ਅਤੇ ਇੱਕ ਲੜਕੀ ਜੈਸਵੀ ਨੇ ਜਨਮ ਲਿਆ। ਸ਼ੀਨਮ ਨੇ ਦੱਸਿਆ ਕਿ ਉਹਦਾ ਘਰਵਾਲਾ ਕਰਨ ਕਟਾਰੀਆ ਅਤੇ ਉਹਨਾਂ ਦਾ ਦਿਓਰ ਦੋਵੇਂ ਠੇਕੇਦਾਰੀ ਦਾ ਕੰਮ ਫਰੀਦਕੋਟ ਵਿੱਚ ਕਰਦੇ ਸਨ। ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਵਿੱਚ ਸਾਲ 2012-13 ਤੋਂ ਕਰਦੇ ਆ ਰਹੇ ਸੀ। ਠੇਕੇਦਾਰੀ ਦਾ ਕੰਮ ਕਰਦਿਆਂ ਇਹਨਾਂ ਦੀ ਜਾਣ ਪਹਿਚਾਣ ਰਾਜਾ ਵੜਿੰਗ ਨਾਲ ਹੁੰਦੀ ਹੈ ਜੋ ਅੱਜ ਕੱਲ੍ਹ ਗਿੱਦੜਬਾਹਾ ਤੋਂ ਵਿਧਾਇਕ ਨੇ, ਅਤੇ ਉਹਨਾਂ ਦੇ ਸਾਲੇ ਡਿੰਪੀ ਵਿਨਾਇਕ ਉਹਨਾਂ ਨਾਲ ਹੁੰਦੀ ਹੈ। ਸ਼ੀਨਮ ਦੇ ਦੱਸਣ ਮੁਤਾਬਕ ਗਿੱਦੜਬਾਹਾ ਹਲਕੇ ਵਿੱਚ ਉਸਦੇ ਪਤੀ ਅਤੇ ਦਿਓਰ ਦੇ ਵੱਲੋਂ ਠੇਕੇਦਾਰੀ ਕਰਨ ਦੇ ਸਮੇਂ ਦੌਰਾਨ ਢੋਆ ਢੁਆਈ ਅਤੇ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਜਾਂਦਾ ਸੀ ਅਤੇ ਇੱਥੇ ਕੰਮ ਦੌਰਾਨ ਪਿਛਲੇ ਕੁਝ ਸਮੇਂ ਤੋਂ ਉਸ ਦਾ ਪਤੀ ਕਰਨ ਕਟਾਰੀਆ ਪਰੇਸ਼ਾਨੀ ਦੀ ਹਾਲਤ ਵਿੱਚ ਰਹਿਣ ਲੱਗ ਪਿਆ। ਸ਼ੀਨਮ ਕਟਾਰੀਆ ਨੇ ਬਿਆਨ ਦੇ ਵਿੱਚ ਇਹ ਵੀ ਦੱਸਿਆ ਕਿ ਉਸ ਤੇ ਬਾਰ-ਬਾਰ ਪੁੱਛਣ ਤੇ ਕਰਨ ਕਟਾਰੀਆ ਨੇ ਦੱਸਿਆ ਕਿ ਗਿੱਦੜਬਾਹਾ ਹਲਕੇ ਵਿੱਚ ਜਿੰਨਾ ਵੀ ਸਰਕਾਰੀ ਢੋਆ ਢੁਆਈ ਅਤੇ ਬਿਜਲੀ ਦੇ ਕੰਮਾਂ ਦੀ ਠੇਕੇਦਾਰੀ ਦਾ ਕੰਮ ਕੀਤਾ ਗਿਆ ਉਹਦੇ ਵਿੱਚੋਂ ਬਹੁਤਾ ਵੱਡਾ ਹਿੱਸਾ ਡਿੰਪੀ ਵਿਨਾਇਕ ਅਤੇ ਰਾਜਾ ਵੜਿੰਗ ਮੈਨੂੰ ਡਰਾ ਧਮਕਾ ਕੇ ਐਡਵਾਂਸ ਵਿੱਚ ਹੀ ਲੈ ਗਏ ਹੈ
ਤੇ ਐਡਵਾਂਸ ਦੇ ਵਿੱਚ ਲੈ ਗਏ ਪੈਸੇ ਇਹ ਲੱਖਾਂ ਵਿੱਚ ਨਹੀਂ, ਇਸ ਬੀਬਾ ਜੀ ਦੇ ਬਿਆਨ ਦੇ ਮੁਤਾਬਕ ਕਰੋੜਾਂ 'ਚ ਨੇ। ਤੇ ਕਹਿੰਦੇ ਸਾਡੇ ਪੱਲੇ ਤਾਂ ਕੱਖ ਵੀ ਨਹੀਂ ਰਿਹਾ। ਸ਼ੀਨਮ ਨੇ ਬਿਆਨ ਵਿੱਚ ਦੱਸਿਆ ਕਿ ਉਸਦੇ ਪਤੀ ਨੇ ਦੱਸਿਆ ਕਿ ਜਦੋਂ ਵੀ ਉਹ ਪੈਸਾ ਮੰਗਦੇ ਤਾਂ ਉਹਨੂੰ ਸਿਆਸੀ ਰੋਬ ਦੇ ਕੇ ਡਰਾਉਂਦੇ, ਧਮਕਾਉਂਦੇ ਤੇ ਧਮਕੀਆਂ ਦਿੰਦੇ ਤੇ ਕਹਿੰਦੇ ਕਿ ਜੇਕਰ ਤੁਸੀਂ ਗਿੱਦੜਬਾਹਾ ਜਾਂ ਮੁਕਤਸਰ ਹਲਕੇ ਵਿੱਚ ਕੰਮ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਦਿੱਤੇ ਹੋਏ ਕਰੋੜਾਂ ਰੁਪਏ ਭੁੱਲਣੇ ਪੈਣਗੇ, ਸਗੋਂ ਨਾਲ ਹੋਰ ਰਕਮ ਵੀ ਦੇਣੀ ਪਵੇਗੀ। ਉਹ ਕਹਿੰਦੀ ਮੇਰੇ ਪਤੀ ਨੇ ਦੱਸਿਆ ਕਿ ਉਹ ਸਭ ਕੁਝ ਬੜੀ ਤੰਗੀ ਤੇ ਪਰੇਸ਼ਾਨੀ ਵਿੱਚ ਸੀ ਇਹਨਾਂ ਗੱਲਾਂ ਦੇ ਕਾਰਨ। ਉਹਨਾਂ ਦੱਸਿਆ ਕਿ ਉਹ ਪਹਿਲਾਂ ਹੀ ਇੰਨਾ ਘਰ ਇਹਨਾਂ ਦਾ ਭਰ ਚੁੱਕਿਆ ਸੀ ਤੇ ਆਪਣੇ ਬੱਚਿਆਂ ਦੇ ਮੂੰਹ ਵਿੱਚੋਂ ਰੋਟੀ ਖੋਹ ਕੇ ਉਹਨਾਂ ਨੂੰ ਹੋਰ ਹੁਣ ਕਿੱਥੋਂ ਦੇ ਦੇਵੇ। ਸੀਨਮ ਨੇ ਇਹ ਵੀ ਦੱਸਿਆ ਕਿ ਉਸਦੇ ਪਤੀ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਸ ਦਾ ਜੀ ਨਹੀਂ ਕਰਦਾ ਹੁਣ ਕਿ ਇਸ ਦੁਨੀਆ ਤੇ ਰਹੇ, ਆਪਣੇ ਆਪ ਨੂੰ ਖਤਮ ਕਰਨ ਨੂੰ ਦਿਲ ਕਰਦਾ ਹੈ, ਭਾਵ ਖੁਦਕੁਸ਼ੀ ਕਰਨ ਨੂੰ ਦਿਲ ਕਰਦਾ ਹੈ। ਪਰ ਆਪਣੇ ਬੱਚਿਆਂ ਤੇ ਆਪਣੀ ਪਤਨੀ ਵੱਲ ਵੇਖ ਕੇ ਉਹ ਚੁੱਪ ਕਰ ਜਾਂਦਾ ਕਿ ਮੇਰੇ ਤੋਂ ਬਾਅਦ ਇਹਨਾਂ ਦਾ ਕੀ ਹੋਊਗਾ। ਫਿਰ ਸ਼ੀਨਮ ਨੇ ਇਸੇ ਬਿਆਨ ਦੇ ਵਿੱਚ ਦੱਸਿਆ ਕਿ 5 ਫਰਵਰੀ ਨੂੰ ਉਸਦਾ ਪਤੀ ਕਰਨ ਕਟਾਰੀਆ ਘਰ ਆਉਂਦਾ ਤੇ ਬੜਾ ਪਰੇਸ਼ਾਨ। ਜਦੋਂ ਰਾਤ ਨੂੰ ਸੌਣ ਲੱਗਦਾ ਤਾਂ ਉਸਦੀ ਹਾਲਤ ਬੇਹੱਦ ਪਰੇਸ਼ਾਨੀ ਵਾਲੀ ਸੀ। ਵਾਰ-ਵਾਰ ਇੱਕੋ ਹੀ ਗੱਲ ਆਪਣੇ ਕਾਰੋਬਾਰ ਅਤੇ ਲੈਣ ਦੇਣ ਸੰਬੰਧੀ ਰਾਜਾ ਵੜਿੰਗ ਅਤੇ ਉਸਦੇ ਸਾਲੇ ਡਿੰਪੀ ਵਿਨਾਇਕ ਦੇ ਵੱਲੋਂ ਤੰਗ ਪਰੇਸ਼ਾਨੀ ਦੀਆਂ ਗੱਲਾਂ ਕਰ ਰਿਹਾ ਸੀ। ਉਹ ਕਹਿੰਦੀ ਮੈਂ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਈ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰੋ, ਤੁਹਾਡਾ ਮਨ ਹਲਕਾ ਹੋ ਜੇ। ਆਮ ਪਰਿਵਾਰਾਂ 'ਚ ਇੰਝ ਹੀ ਹੁੰਦਾ, ਕੋਈ ਪਰੇਸ਼ਾਨੀ ਹੋਵੇ ਆਪਾਂ ਕਹਿੰਦੇ ਗੱਲ ਤਾਂ ਕਰ, ਤੇਰੀ ਗੱਲ ਕੀ ਹੈ ਤਾਂ ਕਿ ਤੇਰਾ ਦਿਲ ਹੌਲਾ ਹੋ ਜੇ, ਮੇਰੇ ਨਾਲ ਗੱਲ ਕਰ। ਉਹ ਕਹਿੰਦੇ ਉਹ ਆਪਣਾ ਮਨ ਹਲਕਾ ਕਰਦੇ ਰਹੇ। ਮੈਂ ਚੁੱਪ ਕਰਕੇ ਬੈਠੀ ਕੋਲ ਸੁਣਦੀ ਰਹੀ ਤੇ ਸੁਣਦਿਆਂ ਸੁਣਦਿਆਂ ਅਚਨਚੇਤ ਮੈਨੂੰ ਨੀਂਦ ਆ ਗਈ। ਹੁਣ ਸੀਨਮ ਕਹਿੰਦੀ ਕਿ ਜਿਸ ਵੇਲੇ ਕਮਰੇ ਦੇ ਵਿੱਚ ਗੋਲੀ ਚੱਲਣ ਦੀ, ਫਾਇਰ ਦੀ ਆਵਾਜ਼ ਆਈ ਤਾਂ ਉਸਦੀ ਅੱਖ ਖੁੱਲ ਗਈ। ਇਸ ਤੋਂ ਪਹਿਲਾਂ ਕਿ ਉਹ ਉੱਠ ਕੇ ਕੁਝ ਕਹਿੰਦੀ ਜਾਂ ਵੇਖਦੀ, ਸਿੱਧਾ ਫਾਇਰ ਕਹਿੰਦੀ ਮੇਰੇ ਮੂੰਹ ਵੱਲ ਆਉਂਦਾ ਹੈ। ਇਸੇ ਦੌਰਾਨ ਮੈਂ ਵੇਖਿਆ ਕਿ ਉਸਦੇ ਦੋਵੇਂ ਬੱਚਿਆਂ ਨੂੰ ਗੋਲੀ ਲੱਗ ਚੁੱਕੀ ਹੈ ਅਤੇ ਮੇਰੇ ਤੇ ਗੋਲੀ ਚਲਾਉਣ ਤੋਂ ਬਾਅਦ ਉਸਦੇ ਪਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਘਟਨਾ 6 ਫਰਵਰੀ ਨੂੰ ਲਗਭਗ ਸਵੇਰੇ ਮੂੰਹ ਹਨੇਰੇ ਵਾਪਰਦੀ ਹੈ, ਜਿਸ ਦੇ ਵਿੱਚ ਸੀਨਮ ਜਿਸ ਨੇ ਬਿਆਨ ਦਿੱਤੇ ਨੇ ਉਹਨਾਂ ਦੇ ਪਤੀ ਕਰਨ ਕਟਾਰੀਆ ਅਤੇ ਇਹਨਾਂ ਦੇ ਦੋਵੇਂ ਬੱਚਿਆਂ ਦੀ ਮੌਤ ਹੁੰਦੀ ਹੈ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਗਾਇਆ ਕਿ ਇਹ ਸਭ ਰਾਜਾ ਵੜਿੰਗ ਅਤੇ ਡਿੰਪੀ ਵਿਨਾਇਕ ਦੇ ਵੱਲੋਂ ਉਸਦੇ ਘਰ ਵਾਲੇ ਨੂੰ ਪੈਸੇ ਵਾਪਸ ਨਾ ਕਰਨ ਅਤੇ ਹੋਰ ਪੈਸਿਆਂ ਲਈ ਡਰਾਉਣ ਧਮਕਾਉਣ ਕਰਕੇ ਉਸਦੇ ਪਤੀ ਵੱਲੋਂ ਮਾਨਸਿਕ ਪਰੇਸ਼ਾਨੀ ਵਿੱਚ ਉਠਾਇਆ ਗਿਆ ਕਦਮ ਸੀ। ਦੱਸਣਾ ਬਣਦਾ ਹੈ ਕਿ ਇਸ ਘਟਨਾ ਦੇ ਉਪਰੰਤ ਥਾਣਾ ਸਿਟੀ ਦੇ ਵਿੱਚ ਮ੍ਰਿਤਕ ਕਰਨ ਕਟਾਰੀਆ ਦੇ ਛੋਟੇ ਭਰਾ ਦੇ ਬਿਆਨਾਂ ਤੇ ਡਿੰਪੀ ਵਿਨਾਇਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ, ਜਿਸ ਦੀ ਤਫਤੀਸ਼ ਪੁਲਿਸ ਵੱਲੋਂ ਕੀਤੀ ਵੀ ਜਾ ਰਹੀ ਹੈ। ਮ੍ਰਿਤਕ ਕਰਨ ਕਟਾਰੀਆ ਦੇ ਪਿਤਾ ਸਤੀਸ਼ ਕਟਾਰੀਆ ਨੇ ਦੱਸਿਆ ਕਿ ਸੀਨਮ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ, ਪਰ ਹਾਲੇ ਵੀ ਸਦਮੇ 'ਚ ਹੈ। ਹੁਣ ਜਿਹਦੇ ਦੋਵੇਂ ਬੱਚੇ ਇਸ ਦੁਨੀਆ ਤੇ ਨਾ ਹੋਣ, ਜਿਹਦਾ ਘਰ ਵਾਲਾ ਇਸ ਦੁਨੀਆ ਤੇ ਨਾ ਹੋਵੇ, ਉਹਦੀ ਹਾਲਤ ਸਮਝੀ ਜਾ ਸਕਦੀ ਹੈ। ਪਰ ਨਾਲ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਅਸੰਤੁਸ਼ਟ ਨੇ। ਉਹਨਾਂ ਇਸ ਮਾਮਲੇ ਵਿੱਚ ਕਈ ਵਾਰ ਪੁਲਿਸ ਅਧਿਕਾਰੀਆਂ ਕੋਲ ਅਪਰੋਚ ਕੀਤੀ ਹੈ, ਮਿਲੇ ਹੈ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਧਰ ਸੀਨਮ ਦੇ ਬਿਆਨ ਤੋਂ ਬਾਅਦ ਵਿਧਾਇਕ ਰਾਜਾ ਵੜਿੰਗ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਰਾਜਾ ਵੜਿੰਗ ਕਹਿੰਦੇ ਉਹਨਾਂ ਨੂੰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਹੈ। ਕਰਨ ਕਟਾਰੀਆ ਦੇ ਪਰਿਵਾਰਕ ਜਿਹੜੇ ਹਾਲਾਤ ਵਿਗੜੇ ਨੇ, ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਮੇਰਾ ਇਸ ਮਾਮਲੇ ਨਾਲ ਕੋਈ ਲੈਣ ਦੇਣ ਨਹੀਂ। ਹੁਣ ਵੇਖਦੇ ਹਾਂ ਕਿ ਆਮ ਤੌਰ ਤੇ ਜੇਕਰ ਕੋਈ ਵਿਅਕਤੀ ਖੁਦਕੁਸ਼ੀ ਕਰਦਾ, ਉਹਦੇ ਸੁਸਾਈਡ ਨੋਟ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਜਾਂਦਾ ਹੈ, ਕਾਰਵਾਈ ਵੀ ਕੀਤੀ ਜਾਂਦੀ ਹੈ। ਇਸੇ ਹੀ ਗੋਲੀ ਕਾਂਡ ਦੇ ਵਿੱਚ ਜਿੱਥੇ 3 ਵਿਅਕਤੀ ਮਰ ਚੁੱਕੇ ਆ ਤੇ ਚੌਥੀ ਜ਼ਖਮੀ ਨੂੰ ਹੋਸ਼ ਆਉਣ ਤੋਂ ਬਾਅਦ ਉਹਨੇ ਇਕਬਾਲ ਕੀਤਾ, ਉਹਨੇ ਬਿਆਨ ਦਿੱਤੇ ਨੇ। ਇਹਨਾਂ ਬਿਆਨਾਂ ਦੇ ਆਧਾਰ ਤੇ ਵੇਖਦੇ ਹਾਂ ਕਿ ਕੋਈ ਕਾਰਵਾਈ ਰਾਜਾ ਵੜਿੰਗ ਜਾਂ ਉਹਨਾਂ ਦੇ ਸਾਲਾ ਸਾਹਿਬ ਤੇ ਹੁੰਦੀ ਹੈ ਜਾਂ ਨਹੀਂ। ਤੇ ਅੱਜ ਮੈਂ ਤੁਹਾਡੇ ਨਾਲ ਇੱਕ ਸਵੇਰ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਲੰਬੀ ਚੌੜੀ ਗੱਲਬਾਤ ਕੀਤੀ ਸੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਣੀ ਕਹਿੰਦੇ ਹੈ ਕਿ ਭੀੜਾਂ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਇਸ ਟਿੱਪਣੀ ਦਾ ਜਵਾਬ ਕਿਸਾਨ ਆਗੂ ਰਾਕੇਸ਼ ਟਕੈਤ ਨੇ ਦਿੱਤਾ ਹੈ। ਰਾਕੇਸ਼ ਟਕੈਤ ਹੋਰੀ ਕਹਿੰਦੇ ਕਦੇ ਜਦੋਂ ਲੋਕ ਜੁੜਦੇ ਆ ਨਾ, ਉਹਨਾਂ ਨੇ ਭੀੜ ਸ਼ਬਦ ਨਹੀਂ ਵਰਤਿਆ। ਉਹ ਕਹਿੰਦੇ ਜਦੋਂ ਲੋਕ ਜੁੜਦੇ ਆ, ਜੇ ਕਾਨੂੰਨ ਨਹੀਂ ਬਦਲੇ ਜਾਂਦੇ ਤਾਂ ਸਰਕਾਰਾਂ ਤਾਂ ਬਦਲ ਜਾਂਦੀਆਂ ਨੇ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਚੀਜ਼ ਪਈ ਸੀ ਕੇਂਦਰੀ ਮੰਤਰੀ ਤੋਮਰ ਹੋਰਾਂ ਨੂੰ।
उन्होंने टिप्पणी की सी कि भीड़ां इकट्ठियां करन नाल जां भीड़ां जटाउण नाल कानून रद्द नहीं होने वाले। तो फिर भारतीय किसान यूनियन टकैत के बुलारे ने राकेश टकैत हरियाणा के सोनीपत जिले के पिंड खरखोड़ा दे विच किसान महापंचायत नूं संबोधन कर रहे सन। राकेश टकैत संबोधन करदिआं उन्होंने केंद्र सरकार नूं चेतावनी दी कि जेकर सरकार ने खेती कानून रद्द ना किए तो उसनूं सत्ता विच रहना औखा हो जाएगा। शायद तुहानूं याद होवे कि बीते ऐतवार नूं ग्वालियर दे विच कहा सी खेती मंत्री ने कि सरकार खेती कानूनां बारे किसानां नाल गलबात करनी तैयार है अते सिर्फ भीड़ां इकट्ठियां करन नाल कानून नहीं रद्द होने। टकैत ने इसे चीज़ का जवाब दिता है। वो कहते उन्हां दा दिमाग खराब हो गया, जदों भीड़ां जुड़दियां ने तां सरकारां बदल जांदियां ने। उन्हां कहा कि सरकार नूं पता होना चाहिए कि किसान अपनियां फसलां तबाह कर सकते हैं। जे फसलां तबाह कर सकते हैं तो उन्हां सामने तुसीं की चीज़ हो। ये राकेश टकैत दे बोल नहीं। राकेश टकैत ने राजस्थान के हनुमानगढ़ जिले के नौहर विच किसान महापंचायत दौरान भी कहा कि यह अंदोलन लंबा चल सकता है अते किसानां नूं अपील भी उन्हां कीती। अपील दे विच ना उन्हां दा किस दा नहीं लिया। देखो अपील च की कहंदे आ, कहंदे ओ लटेरियां दे बादशाह नूं दिल्ली तो चलदा करन, किस दा नाम नहीं लिया। उन्हां बिना नाम लए तो कहा कि ओ लटेरियां दा आखिरी बादशाह है, उसनूं दिल्ली तो बाहर कढ़ना ही होवेगा। उधर संयुक्त किसान मोर्चे ने खेतीबाड़ी मंत्री की इस टिप्पणी नूं किसानां लई अपमानजनक करार दिता है। मोर्चे ने बयान जारी करके कहा कि यह प्रदर्शन डूंगी चिंता ते गुस्से का नतीजा है, जिसनूं किसानां विच सरकार ने ही पैदा किया। किसानां दा यह गुस्सा सरकार दे उन्हां कानूनां दे कारण है। राकेश टकैत ने यह भी कहा कि हुण मैं गुजरात विच भी जावांगा, मैं मध्य प्रदेश ते महाराष्ट्र विच भी जावांगा। वेखदे हां कि आउण वाले दिनां विच इस अंदोलन नूं भखाउण दे वास्ते होर की कुछ किया जाता है। तो अज पगड़ी संभाल जट्टा दिवस मनाउण दे वास्ते सबनां नूं सदा दिता होया है। वेखदे हां कि पगड़ी संभाल जट्टा जिस दे नाल अज दे प्रोग्राम की मैं शुरुआत भी की है कि किन्ने क वड्डे पद्धर ते संयुक्त किसान मोर्चा अते समुचे भारत के किसान मनाउंदे है। अगली खबर भी किसानी अंदोलन नाल जुड़ी खबर है। बड़ियां खबरां इस तरह ਦੀਆਂ ਤੁਹਾਡੇ ਨਾਲ सुना ਦਿੱਤੀਆਂ ने। ਜਦੋਂ खबर मिलती है, ਜਦੋਂ खबर पढ़ते हैं, दिल बस दिल ही जाने भी की होंदा है। इस तरह की फिर खबर मिली है कि खेती कानूनों के खिलाफ चल रहे अंदोलन तो बीमार होकर परते सन पिंड भोमा के किसान तरसेम सिंह। इलाज चल रहा सी, इलाज दौरान उन्हां दी मौत हो गई है। बाबा बंदा सिंह बहादुर किसान यूनीयन ਅਤੇ ਕਿਰਤੀ किसान यूनीयन पंजाब नाल संबंधित सन। किसान तरसेम सिंह दिल्ली मोर्चे विच शामिल होए, उत्थे ही बीमार होए, उतों बीमार होकर पिंड परते ਅਤੇ परिवार के वलों उन्होंने चंडीगढ़ के एक प्राइवेट हस्पताल दे विच भर्ती करवाया होया सी, जिथे इलाज दौरान उन्हां दी मौत हो गई है। किसान आगुआं ने तरसेम सिंह के परिवार नूं मुआवजा देण ਅਤੇ सरकारी नौकरी देण दी सरकार कोलों मंग कीती है ਅਤੇ विछड़ी रूह नूं चरणा विच परमात्मा अपने निवास बख्शे, ये अरदास भी की है। अगली खबर भी लगभग इस तरह की खबर है। एक नौजवान किसान की होर मौत हुई है। लगातार खबर मिल रही ने, जानकारी मिल रही है कि ਸਿੰਘੂ बॉर्डर तो परत रहे किसान मजदूर संघर्ष कमेटी का एक जथा जो ट्रैक्टर ट्राली ते दिल्ली तो ऐतवार शाम 6 वजे दुआबा के पिंड तलवंडी संघेड़ा नेड़े शाहकोटली चलिया होया सी। सोमवार नूं गुरायां चों हुंदा होया जदों रुड़का कलां कोल उन्हां दी ट्रैक्टर ट्राली पहुंची तां ट्रैक्टर दे अगे बैठा 28 वरियां दा संदीप कुमार ट्रैक्टर तो हेठां डिग्या अते ट्रैक्टर ट्राली उसके उपरों दी लंघ गई, जिस नाल संदीप दी मौके ते मौत हो गई। संदीप दे चाचे बचित्तर सिंह अते उन्हां दे पिता कुलदीप सिंह ने दस्सिया कि उन्हां दा पुत्तर लगातार अंदोलन दे विच अपनी हाज़री लगवा रहा सी अते 19 फरवरी नूं पंजाब तो ट्रैक्टर ट्राली लैण लई ਸਿੰਘੂ बॉर्डर तो गया सी। जमहूरी किसान सभा के आगू शिव कुमार तिवाड़ी ने कहा कि केंद्र सरकार के कारण हुण तक 250 तो वध किसान शहीदियां दे चुके ने। यह गरीब परिवार नाल संबंधित सी जिस नौजवान की मौत हुई है। सिर्फ 6 कनाल जमीन है, सिर्फ 6 कनाल। पंजाब सरकार तो मंग की गई है कि उन्होंने परिवार लई सरकारी नौकरी और मुआवजा दिता जाए। सो देखो कि जिन्नियां भी मौतां बीते लगातार कई दिन तो मैं खबरां तुहाडे नाल साझीआं कर रहा। किसी को 6 कनाल है, किसी को एकड़ है,
ਕਿਸੇ ਕੋਲ 1.5 ਏਕੜ है, ਕਿਸੇ ਕੋਲ 2 ਏਕੜ ਜ਼ਮੀਨ है। सो ये लोग अपनी होंद की लड़ाई लड़ रहे हैं, बहुत कोई अमीर लोग नहीं। जे ये व्यक्ति महसूस कर रहे ने तो इस अंदोलन का हिस्सा जिस किसी भी तरीके नाल तुसीं बन सकते हो, बनो, ताकि सरकार नूं पता लग सके कि जन जन उठ चुके है, जन जन जाग चुके है। सो पहलां जिथों शुरुआत कीती सी कि जेकर लगभग 1 सदी पहलां उस समय की बरतानवी हुकूमत इस तरह के 3 खेती संबंधी कानून बनाउंदी है, 9 महीने चले अंदोलन तो बाद वो चुनी हुई सरकार नहीं सी, वो कानून वापस लै लैंदी है, तो ये फिर सरकार तुहाडी चुनी हुई सरकार है। हो सकता कि अज नहीं तो कल तुहाडी गल सुने, पर हौसले बुलंद रहने चाहिए ने। तो महाराज दे विच एक रैली भी रखी हुई है, उस रैली विच किन्नी क वड्डी गिणती विच लोग पहुँचते हैं। कल दे प्रोग्राम दौरान उस रैली का तुहाडे नाल विस्तार सहित जो भी ब्यौरा साडे कोल पहुँचिया शामिल करने की कोशिश करांगा। तो हुण जाण तो पहला एक बारी फिर बेनती करनी चाहुंदा है कि जेकर हाले तक तुसीं अपने इस चैनल नूं सबसक्राइब नहीं कीता, किरपा करके सबसक्राइब कर लेना, नोटिफिकेशन भी जरूर ऑन कर लियो। प्रोग्राम देख के जेकर प्रोग्राम चंगा लग्या लाइक भी कर दिओ ते हेठां कमेंट भी जरूर छड्डिओ। तुहाडा धन्नवाद दिल दीआं गहराइयां विचों करदा हां। सो समय की समाप्ति है, जाण तो पहला कहांगा जिंदगी जिंदादिली का नाम है। दविंदर सिंह बैनीपाल नूं आग्या दिओ। सत श्री अकाल, तेर बराखा।